Good morning, dear students. Now we will start our topic number 2 of 12th chapter. ਅੱਜ ਜੋ ਟੌਪਿਕ ਆਪਾਂ ਸਟਾਰਟ ਕਰਨਾ ਉਹ ਹੈਗਾ ਡੈਫੀਸ਼ੀਐਂਟ ਡਿਮਾਂਡ, ਜਿਹਨੂੰ ਅਪੂਰਨ ਮੰਗ ਬੋਲਿਆ ਜਾਂਦਾ। ਜਿਹੜਾ ਆਪਾਂ ਪਿੱਛੇ ਫਸਟ ਟੌਪਿਕ ਕੀਤਾ ਉਹਦੇ ਵਿੱਚ ਆਪਾਂ ਸਾਰਾ ਕੁਝ ਐਕਸੈਸ ਡਿਮਾਂਡ ਬਾਰੇ ਪੜ੍ਹਿਆ। ਠੀਕ ਹੈ, ਐਕਸੈਸ ਡਿਮਾਂਡ ਕੀ ਹੁੰਦੀ ਹੈ? ਜਦੋਂ ਆਪਾਂ ਇਕੋਨਮੀ ਦੇ ਵਿੱਚ ਆਪਣੀ ਡਿਮਾਂਡ ਜ਼ਿਆਦਾ ਹੁੰਦੀ ਆ ਤੇ ਐਗਰੀਗੇਟ ਸਪਲਾਈ ਘੱਟ ਹੁੰਦੀ ਆ, ਉਹ ਸਿਚੁਏਸ਼ਨ ਨੂੰ ਆਪਾਂ ਬੋਲਦੇ ਹਾਂ ਕਿ ਐਕਸੈਸ ਡਿਮਾਂਡ ਹੈ। ਤੇ ਅੱਜ ਜੋ ਆਪਾਂ ਸਟਾਰਟ ਕਰਨਾ ਉਹ ਹੈਗਾ ਡੈਫੀਸ਼ੀਐਂਟ ਡਿਮਾਂਡ। ਡੈਫੀਸ਼ੀਐਂਟ ਡਿਮਾਂਡ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਡੈਫੀਸ਼ੀਐਂਟ ਰਹਿਣਾ ਮਤਲਬ ਕੋਈ ਨਾ ਕੋਈ ਕੀ ਆ ਐਫੀਸ਼ੀਐਂਟ ਵਰਡ ਤੋਂ ਬਣਿਆ। ਐਫੀਸ਼ੀਐਂਟ ਦਾ ਮਤਲਬ ਹੁੰਦਾ ਪੂਰੀ ਕੁਸ਼ਲਤਾ ਦੇ ਨਾਲ ਕੰਮ ਕਰਨ ਵਾਲਾ। ਠੀਕ ਹੈ, ਡੈਫੀਸ਼ੀਐਂਟ ਮਤਲਬ ਹੁੰਦਾ ਇਨਕੰਪਲੀਟ, ਜੋ ਅਪੂਰਨ ਹੁੰਦਾ। ਮਤਲਬ ਕੀ ਆ, ਇਹਦੇ ਵਿੱਚ ਬਿਲਕੁਲ ਉਲਟ ਹੋ ਜਾਂਦਾ ਕਿ ਜਦੋਂ ਆਪਣੀ ਇਕੋਨਮੀ ਦੇ ਵਿੱਚ ਆਪਾਂ ਡਿਮਾਂਡ ਦੀ ਗੱਲ ਕਰ ਰਹੇ ਹਾਂ ਤਾਂ ਕਰਕੇ ਆਪਾਂ ਓਨਲੀ ਐਗਰੀਗੇਟ ਡਿਮਾਂਡ ਨੂੰ ਕੰਸੀਡਰ ਕਰਾਂਗੇ। ਠੀਕ ਹੈ, ਤਾਂ ਆਪਾਂ ਕਹਾਂਗੇ ਕਿ ਜਦੋਂ ਆਪਣੀ ਇਕੋਨਮੀ ਦੇ ਵਿੱਚ ਐਗਰੀਗੇਟ ਡਿਮਾਂਡ ਕੀ ਹੁੰਦੀ ਹੈ? ਘੱਟ ਹੁੰਦੀ ਹੈ ਤੇ ਐਗਰੀਗੇਟ ਸਪਲਾਈ ਜ਼ਿਆਦਾ ਹੁੰਦੀ ਹੈ। ਤਾਂ ਕੰਪੈਰੀਜ਼ਨ ਕਰੀਏ ਜੇ ਆਪਾਂ ਐਗਰੀਗੇਟ ਸਪਲਾਈ ਦੇ ਨਾਲ, ਤਾਂ ਐਗਰੀਗੇਟ ਡਿਮਾਂਡ ਜਿਹੜੀ ਸਿਚੁਏਸ਼ਨ ਦੇ ਵਿੱਚ ਕੀ ਹੈ ਘੱਟ ਹੁੰਦੀ ਹੈ, ਉਹ ਸਿਚੁਏਸ਼ਨ ਨੂੰ ਆਪਾਂ ਬੋਲਦੇ ਹਾਂ ਡੈਫੀਸ਼ੀਐਂਟ ਡਿਮਾਂਡ। ਕਲੀਅਰ? ਇਸ ਤੋਂ ਅੱਗੇ ਆਪਾਂ ਇਹਦਾ ਮੀਨਿੰਗ ਦੇਖਦੇ ਹਾਂ। ਕੀ ਕਹਿੰਦੇ ਆ ਕਿ ਡੈਫੀਸ਼ੀਐਂਟ ਡਿਮਾਂਡ ਰੈਫਰਸ ਟੂ ਅ ਸਿਚੁਏਸ਼ਨ ਵੈਨ ਏਡੀ ਫॉर ਗੁਡਸ ਐਂਡ ਸਰਵਿਸ falls short of aggregate supply of output corresponding to the full employment in the economy. ਕਲੀਅਰ? ਇਹਦੀ ਡੈਫੀਨੇਸ਼ਨ ਬਿਲਕੁਲ ਉੱਦਾਂ ਹੀ ਆ, ਬਸ ਚੇਂਜ ਕੀ ਕਰਨਾ ਕਿ ਇਹ ਉਹ ਵਾਲੀ ਸਿਚੁਏਸ਼ਨ ਆ ਡੈਫੀਸ਼ੀਐਂਟ ਡਿਮਾਂਡ ਜਿਹਦੇ ਵਿੱਚ ਆਪਣੀ ਇਕੋਨਮੀ ਦੇ ਵਿੱਚ ਗੁਡਸ ਤੇ ਸਰਵਿਸ ਮਤਲਬ ਵਸਤੂਆਂ ਤੇ ਸੇਵਾਵਾਂ ਦੀ ਡਿਮਾਂਡ ਹੈ ਜੋ, ਠੀਕ ਹੈ, ਉਹ ਘੱਟ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਐਗਰੀਗੇਟ ਸਪਲਾਈ ਆ ਮਤਲਬ ਉਹਨਾਂ ਗੁਡਸ ਤੇ ਸਰਵਿਸ ਦੀ ਉਹ ਆਊਟਪੁੱਟ ਦੀ ਜੋ ਸਪਲਾਈ ਆ ਉਹ ਕੀ ਹੁੰਦੀ ਹੈ? ਜ਼ਿਆਦਾ ਹੁੰਦੀ ਹੈ। ਕਲੀਅਰ? ਤਾਂ ਉਹ ਸਿਚੁਏਸ਼ਨ ਨੂੰ ਕੀ ਬੋਲਦੇ ਆ ਆਪਾਂ? ਡੈਫੀਸ਼ੀਐਂਟ ਡਿਮਾਂਡ। ਸੋ ਫॉर द ਪੰਜਾਬੀ ਮੀਡੀਅਮ ਸਟੂਡੈਂਟਸ ਅਪੂਰਨ ਮੰਗ ਤੋਂ ਭਾਵ ਉਸ ਸਥਿਤੀ ਤੋਂ ਹੈ। ਕਹਿੰਦੇ ਅਪੂਰਨ ਮੰਗ ਉਹ ਸਥਿਤੀ ਹੈ ਜਦੋਂ ਅਰਥ ਵਿਵਸਥਾ ਦੇ ਵਿੱਚ ਵਸਤੂਆਂ ਤੇ ਸੇਵਾਵਾਂ ਦੀ ਮੰਗ, ਤਾਂ ਅਰਥ ਵਿਵਸਥਾ ਮਤਲਬ ਸਾਰੀ ਦੀ ਸਾਰੀ ਇਕੋਨਮੀ ਦੇ ਵਿੱਚ ਜਿੰਨੀਆਂ ਵੀ ਵਸਤੂਆਂ ਤੇ ਸੇਵਾਵਾਂ ਉਹਨਾਂ ਦੀ ਮੰਗ ਉਹਨਾਂ ਦੀ ਕੁੱਲ ਪੂਰਤੀ ਤੋਂ ਕੀ ਹੁੰਦੀ ਆ? ਘੱਟ ਹੁੰਦੀ ਆ। ਸੋ ਆਪਾਂ ਇਹਨੂੰ ਕਿੱਦਾਂ ਰਿਪਰੈਜ਼ੈਂਟ ਕਰ ਸਕਦੇ ਹਾਂ ਕਿ ਐਗਰੀਗੇਟ ਡਿਮਾਂਡ ਲੈਸ ਦੈਨ ਦਾ ਐਗਰੀਗੇਟ ਸਪਲਾਈ। ਸੋ ਕਹਿੰਦੇ ਉਹ ਵਾਲੀ ਸਿਚੁਏਸ਼ਨ ਆ ਡੈਫੀਸ਼ੀਐਂਟ ਡਿਮਾਂਡ ਜਦੋਂ ਆਪਣੀ ਇਕੋਨਮੀ ਦੇ ਵਿੱਚ ਐਗਰੀਗੇਟ ਡਿਮਾਂਡ ਘੱਟ ਹੁੰਦੀ ਹੈ ਤੇ ਐਗਰੀਗੇਟ ਸਪਲਾਈ ਜ਼ਿਆਦਾ ਹੁੰਦੀ ਹੈ। ਜਾਂ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਐਗਰੀਗੇਟ ਸਪਲਾਈ ਦੇ ਨਾਲੋਂ ਕੀ ਆ ਐਗਰੀਗੇਟ ਡਿਮਾਂਡ ਘੱਟ ਹੁੰਦੀ ਹੈ। ਕਲੀਅਰ? ਤਾਂ ਇਸ ਤੋਂ ਅੱਗੇ ਆਪਾਂ ਇਹਦੀ ਡਿਮਾਂਡ ਨੂੰ ਡਿਸਕਸ ਕਰਦੇ ਹਾਂ ਕਿ ਡੈਫੀਸ਼ੀਐਂਟ ਡਿਮਾਂਡ ਦੀ ਆਪਾਂ ਡਾਇਗਰਾਮ ਕਿੱਦਾਂ ਬਣਾਉਣੇ ਆ। ਤਾਂ ਉੱਦਾਂ ਹੀ ਆਪਾਂ ਨੀਚੇ ਵਾਲੀ ਸਾਈਡ ਤੇ ਐਕਸ ਐਕਸਿਸ ਤੇ ਇਨਕਮ ਲਵਾਂਗੇ ਤੇ ਵਾਈ ਐਕਸਿਸ ਤੇ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਲਵਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਐਗਰੀਗੇਟ ਸਪਲਾਈ ਕਰਵ ਬਣਾ ਲੈਣੀ ਜੋ ਕੀ ਹੈ ਇੱਕ 45 ਡਿਗਰੀ ਦਾ ਐਂਗਲ ਬਣਾਉਂਦੀ ਹੈ। ਕਲੀਅਰ? ਇਸ ਤੋਂ ਅੱਗੇ ਆਪਾਂ ਡਿਮਾਂਡ ਦੀ ਗੱਲ ਕਰ ਰਹੇ ਹਾਂ, ਐਫੀਸ਼ੀਐਂਟ ਡਿਮਾਂਡ, ਡੈਫੀਸ਼ੀਐਂਟ ਡਿਮਾਂਡ। ਸੋ ਆਪਾਂ ਕੀ ਆ ਓਨਲੀ ਚੇਂਜ ਕਿਹੜੀ ਕਰਵ ਕਰਾਂਗੇ? ਐਗਰੀਗੇਟ ਡਿਮਾਂਡ ਨੂੰ। ਠੀਕ ਹੈ, ਐਗਰੀਗੇਟ ਡਿਮਾਂਡ ਹੀ ਸ਼ਿਫਟ ਹੋਗੀ, ਜਾਂ ਉੱਪਰ ਜਾਊਗੀ ਤੇ ਜਾਂ ਨੀਚੇ ਜਾਊਗੀ। ਕਲੀਅਰ? ਤਾਂ ਦੇਖੋ ਆਪਾਂ ਕੀ ਕਹਿਣਾ ਇਹਦੇ ਵਿੱਚ ਡੈਫੀਸ਼ੀਐਂਟ ਡਿਮਾਂਡ ਮਤਲਬ ਕੀ ਆ ਐਗਰੀਗੇਟ ਸਪਲਾਈ ਦੇ ਨਾਲੋਂ ਕੀ ਆ ਐਗਰੀਗੇਟ ਡਿਮਾਂਡ ਘੱਟ ਹੈ। ਕਲੀਅਰ? ਸੋ ਆਪਾਂ ਇਹਨੂੰ ਕਿੱਦਾਂ ਲਿਖਾਂਗੇ ਕਿ ਫॉर ਐਗਜ਼ਾਮਪਲ ਆਪਾਂ ਪਲਾਨ ਕੀਤਾ ਸੀਗਾ ਆ ਏਡੀ ਕਿਹੜੀ ਆ? ਪਲੈਨਡ ਹੈ। ਕਿ ਫॉर ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਵੀ 10,000 ਕਰੋੜ ਰੁਪਏ ਦੀ ਆਪਣੀ ਇਕੋਨਮੀ ਦੇ ਵਿੱਚ ਕੀ ਹੋਊਗੀ? ਡਿਮਾਂਡ ਹੋਊਗੀ। ਠੀਕ ਹੈ, ਇਹ ਆਪਣੀ ਕੀ ਸੀ? ਪਲੈਨਡ ਸੀ। ਠੀਕ ਹੈ, ਤਾਂ ਇਕੁਇਲਿਬਰੀਅਮ ਕਿੱਥੇ ਬਣਦਾ ਸੀਗਾ? ਤਾਂ ਜਿੱਥੇ ਫਸਟ ਇਕੁਇਲਿਬਰੀਅਮ ਬਣਦਾ, ਜੋ ਆਹ ਵਾਲੀ ਡਿਮਾਂਡ ਕੀ ਸ਼ੋ ਕਰ ਰਹੀ ਹੈ। ਫਸਟ ਆਫ ਆਲ ਆਪਾਂ ਆਹ ਬਣਾਵਾਂਗੇ ਕਿ ਇਹ ਕੀ ਹੈ? ਐਗਰੀਗੇਟ ਡਿਮਾਂਡ ਹੈ ਜਿੱਥੇ ਕੀ ਹੈ ਫੁੱਲ ਇੰਪਲਾਇਮੈਂਟ ਦਾ ਲੈਵਲ ਆ। ਸੋ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਨੂੰ ਕੱਟ ਰਹੀ ਹੈ ਈ ਪੁਆਇੰਟ ਤੇ, ਤਾਂ ਆਪਣਾ ਇਕੁਇਲਿਬਰੀਅਮ ਬਣਨਾ ਕਿੱਥੇ ਚਾਹੀਦਾ ਸੀ? ਇੱਥੇ ਬਣਨਾ ਚਾਹੀਦਾ ਸੀ। ਕਲੀਅਰ? ਪਰ ਐਕਚੁਅਲ ਦੇ ਵਿੱਚ ਕੀ ਹੋਇਆ? ਤਾਂ ਐਕਚੁਅਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਪਲਾਨ ਕੀਤਾ ਸੀ ਵੀ ਆਪਣੀ ਇਕੋਨਮੀ ਦੇ ਵਿੱਚ 10,000 ਕਰੋੜ ਰੁਪਏ ਦੀ ਕੀ ਹੋਊਗੀ? ਐਗਰੀਗੇਟ ਡਿਮਾਂਡ ਹੋਊ। ਪਰ ਅਸਲ ਦੇ ਵਿੱਚ ਕੀ ਆ ਆਪਣੀ ਡਿਮਾਂਡ 8,000 ਕਰੋੜ ਰੁਪਏ ਦੀ ਹੋਈ। ਮਤਲਬ ਕੀ ਆ ਪਲਾਨ ਦੇ ਨਾਲੋਂ ਐਕਚੁਅਲ ਘੱਟ ਹੋਈ, ਤਾਂ ਆਪਣਾ ਇਕੁਇਲਿਬਰੀਅਮ ਬਣਨਾ ਇੱਥੇ ਚਾਹੀਦਾ ਸੀ। ਤਾਂ ਕਰਕੇ ਜਦੋਂ ਐਗਰੀਗੇਟ ਡਿਮਾਂਡ ਘੱਟ ਹੋਈ ਤਾਂ ਓਬਵੀਅਸ ਆ ਕਿ ਇਹ ਵਾਲੀ ਏਡੀ ਕਰਵ ਕੀ ਆ ਨੀਚੇ ਬਣੂਗੀ। ਤਾਂ ਆਪਣਾ ਇਕੁਇਲਿਬਰੀਅਮ ਜੇ ਇੱਥੇ ਬਣਦਾ ਸੀ ਤਾਂ ਆਪਣਾ ਇਕੁਇਲਿਬਰੀਅਮ ਅਸਲ ਦੇ ਵਿੱਚ ਹੁਣ ਕਿੱਥੇ ਬਣੂਗਾ? E1 ਪੁਆਇੰਟ ਤੇ। ਕਲੀਅਰ? ਤਾਂ ਇਹਨੂੰ ਕੀ ਬੋਲਦੇ ਆ? ਆਪਾਂ ਕਹਿ ਸਕਦੇ ਹਾਂ ਵੀ ਇਹ ਡੈਫੀਸ਼ੀਐਂਟ ਡਿਮਾਂਡ ਨੂੰ ਸ਼ੋ ਕਰ ਰਿਹਾ, ਕਿਉਂਕਿ ਆਪਾਂ ਪੜ੍ਹਿਆ ਸੀ ਕਿ ਡੈਫੀਸ਼ੀਐਂਟ ਡਿਮਾਂਡ ਕੀ ਆ? ਲੋ
ਕੀ ਹੈ ਐਗਰੀਗੇਟ ਡਿਮਾਂਡ ਨੂੰ ਸ਼ੋ ਕਰ ਰਹੀ ਆ। ਤਾਂ ਐਗਰੀਗੇਟ ਡਿਮਾਂਡ ਕੀ ਹੈ ਘੱਟ ਆ, ਠੀਕ ਹੈ, ਕਿਹਦੇ ਨਾਲੋਂ ਐਗਰੀਗੇਟ ਸਪਲਾਈ ਦੇ ਨਾਲੋਂ। ਕਲੀਅਰ। ਤਾਂ ਆਪਣਾ ਇਕੁਇਲਿਬਰੀਅਮ ਇੱਥੇ ਬਣਨਾ ਚਾਹੀਦਾ ਸੀ ਪਰ ਇਕੁਇਲਿਬਰੀਅਮ ਆਪਣਾ ਇੱਥੇ ਬਣ ਗਿਆ। ਕਲੀਅਰ। ਤਾਂ ਇਸ ਤਰ੍ਹਾਂ ਆਪਣੀ ਇਕੋਨਮੀ ਦੇ ਵਿੱਚ ਇਨਕਮ ਕਿੰਨੀ ਹੋਣੀ ਚਾਹੀਦੀ ਸੀ YF ਮਤਲਬ ਫੁੱਲ ਇੰਪਲਾਇਮੈਂਟ, ਪਰ ਫੁੱਲ ਇੰਪਲਾਇਮੈਂਟ ਤਾਂ ਇੱਥੇ ਸੀ ਪਰ ਇਹਦਾ ਇਕੁਇਲਿਬਰੀਅਮ ਫੁੱਲ ਇੰਪਲਾਇਮੈਂਟ ਤੋਂ ਬਿਫੋਰ ਬਣ ਗਿਆ, ਠੀਕ ਹੈ, ਮਤਲਬ ਪਹਿਲਾਂ ਬਣ ਗਿਆ। ਤਾਂ ਇਹ ਵਾਲੀ ਇਨਕਮ ਨੂੰ ਆਪਾਂ ਯੂ ਨਾਲ ਰਿਪਰੈਜ਼ੈਂਟ ਕਰਦੇ ਹਾਂ ਕਿ ਇੱਥੇ ਕੀ ਆ ਅੰਡਰ ਇੰਪਲਾਇਮੈਂਟ ਰਹਿ ਗਈ ਆ, ਠੀਕ ਹੈ। ਤਾਂ ਦੇਖੋ ਜਿਹੜਾ ਆਹ ਵਾਲਾ ਪੋਰਸ਼ਨ ਆ ਜੋ ਕੀ ਸ਼ੋ ਕਰ ਰਿਹਾ ਡੈਫੀਸ਼ੀਐਂਟ ਡਿਮਾਂਡ। ਸੋ ਇਸ ਤਰ੍ਹਾਂ ਦੇਖੋ ਇਨ ਦਾ ਅਦਰ ਵਰਡਸ ਇਫ ਇਕੁਇਲਿਬਰੀਅਮ ਲੈਵਲ ਆਫ ਇਨਕਮ ਐਂਡ ਆਊਟਪੁੱਟ ਇਜ਼ ਡਿਟਰਮਿਨ ਬਿਫੋਰ ਦਾ ਸਟੇਜ ਆਫ ਫੁੱਲ ਇੰਪਲਾਇਮੈਂਟ। ਦੇਖੋ ਆਪਾਂ ਹੁਣੀ ਪੜ੍ਹਿਆ ਕਿ ਆਪਣਾ ਇਕੁਇਲਿਬਰੀਅਮ ਬਿਫੋਰ ਦਾ ਫੁੱਲ ਇੰਪਲਾਇਮੈਂਟ ਇੱਥੇ ਸੀ ਪਰ ਫੁੱਲ ਇੰਪਲਾਇਮੈਂਟ ਤੋਂ ਪਹਿਲਾਂ ਹੀ ਆਪਣਾ ਇਕੁਇਲਿਬਰੀਅਮ ਬਣ ਗਿਆ। ਤਾਂ ਉਹ ਸਿਚੁਏਸ਼ਨ ਨੂੰ ਆਪਾਂ ਕੀ ਬੋਲਦੇ ਹਾਂ ਡੈਫੀਸ਼ੀਐਂਟ ਡਿਮਾਂਡ ਦੀ ਸਿਚੁਏਸ਼ਨ ਬੋਲਦੇ ਹਾਂ। ਕਲੀਅਰ। ਸੋ ਅੱਗੇ ਆਪਾਂ ਡਿਸਕਸ ਕਰਦੇ ਹਾਂ ਕੌਨਸੀਕੁਐਂਸਸ ਆਫ ਡੈਫੀਸ਼ੀਐਂਟ ਡਿਮਾਂਡ। ਤਾਂ ਦੇਖੋ ਅਪੂਰਨ ਮੰਗ ਦੇ ਕੀ ਸਿੱਟੇ ਨਿਕਲਦੇ ਆ, ਕੀ ਰਿਜ਼ਲਟ ਨਿਕਲਦੇ ਆ। ਤਾਂ ਇਹਦੇ ਵਿੱਚ ਆਪਾਂ ਸਮਝਾਂਗੇ ਕਿ ਆਪਣੀ ਇਕੋਨਮੀ ਦੇ ਵਿੱਚ ਜੇ ਬਾਈ ਚਾਂਸ ਕੀ ਆ ਡੈਫੀਸ਼ੀਐਂਟ ਡਿਮਾਂਡ ਦੀ ਸਿਚੁਏਸ਼ਨ ਆ ਜਾਂਦੀ ਹੈ ਤਾਂ ਆਪਣੀ ਇਕੋਨਮੀ ਦੇ ਵਿੱਚ ਕੀ ਬੈਡ ਇਫੈਕਟ ਪੈਣਗੇ। ਕਲੀਅਰ। ਤਾਂ ਇਹਦੇ ਕੀ ਰਿਜ਼ਲਟਸ ਨਿਕਲ ਕੇ ਅੱਗੇ ਆਉਣਗੇ। ਤਾਂ ਦੇਖੋ ਇਹਦੀ ਆਪਾਂ ਐਗਜ਼ਾਮਪਲ ਲੈ ਕੇ ਸਮਝਦੇ ਹਾਂ ਕਿ ਆਪਣੀ ਇਕੋਨਮੀ ਦੇ ਵਿੱਚ ਕੋਈ ਵੀ ਇੱਕ ਪ੍ਰੋਡਿਊਸਰ ਆ, ਠੀਕ ਹੈ। ਪ੍ਰੋਡਿਊਸਰ ਕੀ ਹੈ ਗੁਡਸ ਤੇ ਸਰਵਿਸ ਨੂੰ ਬਣਾਉਂਦਾ ਹੈ ਆਪਾਂ ਨੂੰ ਪਤਾ, ਠੀਕ ਹੈ। ਤਾਂ ਉਹਦੇ ਕੋਲ ਕੀ ਆ ਬਹੁਤ ਸਾਰੀਆਂ ਗੁਡਸ ਐਂਡ ਸਰਵਿਸ ਆ, ਠੀਕ ਹੈ। ਤੇ ਦੂਜੇ ਪਾਸੇ ਕੀ ਆ ਲੋਕ ਆ ਪਬਲਿਕ ਜੋ ਕੀ ਆ ਗੁਡਸ ਤੇ ਸਰਵਿਸ ਦੀ ਡਿਮਾਂਡ ਘੱਟ ਕਰਦੇ ਆ। ਤਾਂ ਦੇਖਣ ਨੂੰ ਕੀ ਆ ਪਤਾ ਚੱਲ ਜਾਂਦਾ ਵੀ ਆਪਣੀ ਇਕੋਨਮੀ ਦੇ ਵਿੱਚ ਇਸ ਐਗਜ਼ਾਮਪਲ ਦੇ ਅਕੋਰਡਿੰਗ ਕੀ ਐਗਰੀਗੇਟ ਸਪਲਾਈ ਕੀ ਆ ਬਹੁਤ ਜ਼ਿਆਦਾ, ਠੀਕ ਹੈ। ਮਤਲਬ ਆਹ ਚੀਜ਼ਾਂ ਬਹੁਤ ਜ਼ਿਆਦਾ ਨੇ ਗੁਡਸ ਤੇ ਸਰਵਿਸ ਬਣ ਕੇ ਬਹੁਤ ਜ਼ਿਆਦਾ ਤਿਆਰ ਹੋਈਆਂ ਤੇ ਉਹਨਾਂ ਨੂੰ ਡਿਮਾਂਡ ਕਰਨ ਵਾਲੀ ਪਬਲਿਕ ਕੀ ਆ ਘੱਟ ਹੈ, ਠੀਕ ਹੈ। ਤਾਂ ਡਿਮਾਂਡ ਕੀ ਆ ਘੱਟ ਹੈ ਤਾਂ ਉਹ ਸਿਚੁਏਸ਼ਨ ਹੋ ਗਈ ਕਿ ਆਪਾਂ ਬੋਲਦੇ ਹਾਂ ਕਿ ਆਪਣੀ ਇਕੋਨਮੀ ਦੇ ਵਿੱਚ ਕੀ ਹੈ ਡੈਫੀਸ਼ੀਐਂਟ ਡਿਮਾਂਡ ਆ, ਮਤਲਬ ਐਗਰੀਗੇਟ ਡਿਮਾਂਡ ਘੱਟ ਹੈ ਤੇ ਐਗਰੀਗੇਟ ਸਪਲਾਈ ਜ਼ਿਆਦਾ। ਤਾਂ ਦੇਖਾਂਗੇ ਆਪਣੀ ਇਕੋਨਮੀ ਦੇ ਵਿੱਚ ਅੱਧੀ ਕੀ ਹੈ ਆਹ ਗੁਡਸ ਤੇ ਸਰਵਿਸ ਮੰਨ ਲਓ ਵਿਕ ਗਈਆਂ, ਠੀਕ ਹੈ, ਕਿਉਂਕਿ ਇੰਨੀ ਡਿਮਾਂਡ ਸੀਗੀ ਲੋਕ ਇੰਨੀ ਡਿਮਾਂਡ ਕਰਨ ਵਾਲੇ ਸੀਗੇ। ਤਾਂ ਬਾਕੀ ਕੀ ਆ ਇੰਨੀਆਂ ਗੁਡਸ ਆਪਣੇ ਕੋਲ ਕੀ ਆ ਬਚੀਆਂ ਰਹਿ ਗਈਆਂ, ਕਿਸੇ ਪ੍ਰੋਡਿਊਸਰ ਕੋਲ ਕੀ ਆ ਬਚੀਆਂ ਰਹਿ ਗਈਆਂ। ਤਾਂ ਇਸ ਤੋਂ ਪਤਾ ਚੱਲਦਾ ਵੀ ਆਪਣੀ ਇਕੋਨਮੀ ਦੇ ਵਿੱਚ ਡੈਫੀਸ਼ੀਐਂਟ ਡਿਮਾਂਡ ਆਉਣ ਦੇ ਨਾਲ ਕੀ ਆ ਸਟਾਕ ਵੱਧ ਜਾਂਦਾ, ਠੀਕ ਹੈ, ਕਿਉਂਕਿ ਡਿਮਾਂਡ ਘਟਣ ਦੇ ਨਾਲ ਕੀ ਆ ਗੁਡਸ ਤੇ ਸਰਵਿਸ ਦਾ ਸਟਾਕ ਬਚਿਆ ਰਹਿ ਜਾਂਦਾ। ਤਾਂ ਦੇਖੋ ਡਿਊ ਟੂ ਦਾ ਓਵਰ ਸਟਾਕ ਆਫ ਆਊਟਪੁੱਟ ਤਾਂ ਸਟਾਕ ਦਾ ਕੀ ਹੋ ਜਾਂਦਾ ਓਵਰ ਸਟਾਕ ਹੋਣਾ ਮਤਲਬ ਕੀ ਆ ਬਹੁਤ ਜ਼ਿਆਦਾ ਸਟਾਕ ਬਚਣਾ, ਠੀਕ ਹੈ। ਕਿਹਦਾ ਆਊਟਪੁੱਟ ਦਾ ਮਤਲਬ ਪ੍ਰੋਡਕਸ਼ਨ ਦਾ, ਕਿਸੇ ਵੀ ਗੁਡਸ ਤੇ ਸਰਵਿਸ ਜੋ ਵੀ ਉਤਪਾਦਨ ਆਪਣੀ ਇਕੋਨਮੀ ਦੇ ਵਿੱਚ ਹੁੰਦਾ ਉਹਦਾ ਓਵਰ ਸਟਾਕ ਹੋਣ ਦੇ ਨਾਲ ਕੀ ਆ ਪ੍ਰੋਡਕਸ਼ਨ ਘਟ ਜਾਂਦੀ ਹੈ। ਪ੍ਰੋਡਕਸ਼ਨ ਕਿਉਂ ਘਟਦੀ ਹੈ ਆਪਾਂ ਨੂੰ ਪਤਾ ਕਿਸੇ ਵੀ ਪ੍ਰੋਡਿਊਸਰ ਕੋਲ ਗੁਡਸ ਤੇ ਸਰਵਿਸ ਬਚੀਆਂ ਰਹਿ ਗਈਆਂ ਜੋ ਵੀ ਨਹੀਂ ਵਿਕੀਆਂ ਤਾਂ ਆਫਕੋਰਸ ਉਹ ਕੀ ਕਰੂਗਾ ਪ੍ਰੋਡਕਸ਼ਨ ਨੂੰ ਘਟਾ ਦੂਗਾ। ਪ੍ਰੋਡਕਸ਼ਨ ਘਟਣ ਦੇ ਨਾਲ ਆਪਣੀ ਇਕੋਨਮੀ ਦੇ ਵਿੱਚ ਐਗਰੀਗੇਟ ਸਪਲਾਈ ਆਫ ਗੁਡਸ ਐਂਡ ਸਰਵਿਸ ਕੀ ਆ ਘਟ ਜੂਗੀ। ਤਾਂ ਐਗਰੀਗੇਟ ਸਪਲਾਈ ਘਟਣ ਦੇ ਨਾਲ ਲੋਕਾਂ ਦੀ ਕੀ ਆ ਇਨਕਮ ਘਟ ਜੂਗੀ ਕਿਉਂਕਿ ਗੁਡਸ ਤੇ ਸਰਵਿਸ ਵਿਕ ਨਹੀਂ ਰਹੀਆਂ। ਉਹਦੇ ਨਾਲ ਕੀ ਆ ਆਪਣੀ ਇਕੋਨਮੀ ਦੇ ਵਿੱਚ ਇੰਪਲਾਇਮੈਂਟ ਦਾ ਲੈਵਲ ਕੀ ਆ ਘਟ ਜੂਗਾ। ਆਪਾਂ ਨੂੰ ਪਤਾ ਜਦੋਂ ਪ੍ਰੋਡਕਸ਼ਨ ਨਹੀਂ ਹੋਊਗੀ ਤਾਂ ਲੋਕਾਂ ਨੂੰ ਕੰਮ ਕਿੱਦਾਂ ਮਿਲੂਗਾ, ਠੀਕ ਹੈ। ਤਾਂ ਪ੍ਰੋਡਕਸ਼ਨ ਘਟਣ ਦੇ ਨਾਲ ਸਪਲਾਈ ਘਟਣ ਦੇ ਨਾਲ ਕੀ ਆ ਇੰਪਲਾਇਮੈਂਟ ਦਾ ਲੈਵਲ ਵੀ ਘਟ ਜੂ। ਤਾਂ ਇਹਦੇ ਨਾਲ ਕੀ ਆਊਗਾ ਆਪਣੀ ਇਕੋਨਮੀ ਦੇ ਵਿੱਚ ਇਨਵੋਲੰਟਰੀ ਅਨਇੰਪਲਾਇਮੈਂਟ ਆ ਜੂ ਵੀ ਲੋਕ ਕੰਮ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ। ਕਿਉਂ ਨਹੀਂ ਮਿਲ ਰਿਹਾ ਕਿਉਂਕਿ ਲੋਕਾਂ ਦੁਆਰਾ ਜਿਹੜੀ ਡਿਮਾਂਡ ਆ ਉਹ ਘੱਟ ਕੀਤੀ ਜਾਂਦੀ ਹੈ ਤਾਂ ਕਰਕੇ ਗੁਡਸ ਤੇ ਸਰਵਿਸ ਨੂੰ ਕੋਈ ਖਰੀਦ ਨਹੀਂ ਰਿਹਾ। ਕਲੀਅਰ। ਤਾਂ ਅਫਕੋਰਸ ਕੀ ਆ ਆਪਣੀ ਇਕੋਨਮੀ ਦੇ ਵਿੱਚ ਕੀ ਆ ਜੂਗੀ ਬੇਰੁਜ਼ਗਾਰੀ ਦੀ ਸਥਿਤੀ ਆ ਜੂਗੀ। ਬੇਰੁਜ਼ਗਾਰੀ ਆਉਣ ਦੇ ਨਾਲ ਦੇਖੋ ਆਪਣੀ ਇਕੋਨਮੀ ਦੇ ਵਿੱਚ ਬੇਰੁਜ਼ਗਾਰੀ ਕੀ ਆ ਇੱਕ ਤਰ੍ਹਾਂ ਦੀ ਬਹੁਤ ਵੱਡੀ ਪ੍ਰੋਬਲਮ ਆ ਜਿਹਦੇ ਨਾਲ ਆਪਣੀ ਇਕੋਨਮੀ ਦੇ ਵਿੱਚ ਰਿਸੈਸ਼ਨ ਆਉਣਾ ਸ਼ੁਰੂ ਹੋ ਜਾਊਗਾ, ਠੀਕ ਹੈ। ਰਿਸੈਸ਼ਨ ਹੁੰਦਾ ਵੀ ਆਪਣੀ ਇਕੋਨਮੀ ਮੰਦੀ ਵੱਲ ਵਧਣਾ ਸਟਾਰਟ ਕਰ ਦੂਗੀ। ਕਲੀਅਰ। ਤਾਂ ਪ੍ਰਾਈਜ਼ਸ ਕੀ ਆ ਗੁਡਸ ਤੇ ਸਰਵਿਸ ਦੇ ਮੰਦੀ ਦੇ ਵਿੱਚ ਕੀ ਆ ਘਟਣ ਲੱਗ ਜਾਂਦੇ ਆ ਤਾਂ ਪਹਿਲਾਂ ਕੀ ਆਊ ਆਪਣੀ ਇਕੋਨਮੀ ਦੇ ਵਿੱਚ ਡੀਫਲੇਸ਼ਨ ਆਊਗੀ। ਤਾਂ ਆਪਾਂ ਕਹਿ ਸਕਦੇ ਹਾਂ ਕਿ ਡੈਫੀਸ਼ੀਐਂਟ ਡਿਮਾਂਡ ਦੇ ਨਾਲ ਕੀ ਰਿਜ਼ਲਟ ਨਿਕਲਦਾ ਆਪਣੀ ਇਕੋਨਮੀ ਦੇ ਵਿੱਚ ਡੀਫਲੇਸ਼ਨ ਆ ਜਾਊਗੀ। ਡੀਫਲੇਸ਼ਨ ਆਉਣ ਦੇ ਨਾਲ ਆਪਣੀ ਇਕੋਨਮੀ ਦੇ ਵਿੱਚ ਕੀ ਆ ਰਿਸੈਸ਼ਨ ਆਉਣ ਲੱਗ ਜੂਗਾ, ਮਤਲਬ ਆਪਣੀ ਇਕੋਨਮੀ ਮੰਦੀ ਵੱਲ ਵਧਣੀ ਸ਼ੁਰੂ ਹੋ ਜਾਊਗੀ।
ਤਾਂ ਇਸ ਤੋਂ ਅੱਗੇ ਦੇਖੋ ਕਾਜ਼ਸ ਆਫ ਡੈਫੀਸ਼ੀਐਂਟ ਡਿਮਾਂਡ ਕਿ ਡੈਫੀਸ਼ੀਐਂਟ ਡਿਮਾਂਡ ਅਪੂਰਨ ਮੰਗ ਦੇ ਕੀ ਕਾਰਨ ਆ ਵੀ ਆਪਣੀ ਇਕੋਨਮੀ ਦੇ ਵਿੱਚ ਏਡੀ ਆ ਜਿਹੜੀ ਉਹ ਘਟਦੀ ਕਿਉਂ ਆ। ਠੀਕ ਹੈ, ਤਾਂ ਦੇਖੋ ਪਹਿਲਾ ਕਾਰਨ ਕੀ ਹੋ ਸਕਦਾ, ਡਿਕਰੀਜ਼ ਇਨ ਦਾ ਮਨੀ ਸਪਲਾਈ ਕਿ ਆਪਣੀ ਇਕੋਨਮੀ ਦੇ ਵਿੱਚ ਮਨੀ ਸਪਲਾਈ ਦੀ ਕਮੀ ਹੋਊਗੀ। ਠੀਕ ਹੈ, ਤਾਂ ਕਰਕੇ ਲੋਕਾਂ ਦੇ ਹੱਥਾਂ ਵਿੱਚ ਪੈਸਾ ਘੱਟ ਆ, ਮਨੀ ਸਪਲਾਈ ਘੱਟ ਹੋਣ ਕਰਕੇ ਮਤਲਬ ਲੋਕਾਂ ਕੋਲ ਪੈਸਾ ਘੱਟ ਆ, ਮਤਲਬ ਉਹ ਕੀ ਆ ਗੁਡਸ ਤੇ ਸਰਵਿਸ ਦੀ ਡਿਮਾਂਡ ਵੀ ਘੱਟ ਕਰਨਗੇ, ਤਾਂ ਕਰਕੇ ਡੈਫੀਸ਼ੀਐਂਟ ਡਿਮਾਂਡ ਆ ਸਕਦੀ ਆ। ਇਸ ਤੋਂ ਬਿਨਾਂ ਕੰਜ਼ੰਪਸ਼ਨ ਐਕਸਪੈਂਡੀਚਰ ਲੋਕ ਕੀ ਆ ਘੱਟ ਕਰ ਰਹੇ ਆ, ਤਾਂ ਕਰਕੇ ਖਰਚ ਵੀ ਘੱਟ ਕਰ ਰਹੇ ਆ, ਤਾਂ ਅਫਕੋਰਸ ਉਹਨਾਂ ਦੀ ਕੀ ਹੈ ਡਿਮਾਂਡ ਵੀ ਘੱਟ ਹੀ ਹੋਊਗੀ। ਕਲੀਅਰ, ਤਾਂ ਇਹ ਦੂਸਰਾ ਕਾਰਨ ਸੀ। ਇਸ ਤੋਂ ਅੱਗੇ ਕੀ ਹੈ ਡਿਕਰੀਜ਼ ਇਨ ਐਕਸਪੋਰਟ ਡਿਮਾਂਡ, ਐਕਸਪੋਰਟ ਡਿਮਾਂਡ ਦੇ ਵਿੱਚ ਡਿਕਰੀਜ਼ ਆਉਣ ਕਰਕੇ ਹੀ ਆਪਣੀ ਇਕੋਨਮੀ ਦੇ ਵਿੱਚ ਏਡੀ ਕੀ ਆ ਘੱਟ ਜੂਗੀ। ਇਸ ਤੋਂ ਬਿਨਾਂ ਦੇਖੋ ਇਨਵੈਸਟਮੈਂਟ ਤੇ ਕੈਪੀਟਲ ਗੁਡਸ ਦੀ ਜਿਹੜੀ ਡਿਮਾਂਡ ਆ ਉਹ ਘਟਣ ਦੇ ਨਾਲ ਡੈਫੀਸ਼ੀਐਂਟ ਡਿਮਾਂਡ ਦੀ ਸਿਚੁਏਸ਼ਨ ਆ ਜੂਗੀ। ਠੀਕ ਹੈ, ਜੇ ਗਵਰਨਮੈਂਟ ਖਰਚ ਘੱਟ ਕਰ ਰਹੀ ਹੈ, ਪਬਲਿਕ ਤੇ ਘੱਟ ਖਰਚ ਕਰ ਰਹੀ ਹੈ, ਤਾਂ ਅਫਕੋਰਸ ਉਹਨਾਂ ਦੀ ਹੈਲਪ ਘੱਟ ਹੋ ਰਹੀ ਆ, ਲੋਕਾਂ ਦੀ ਹੈਲਪ ਘੱਟ ਹੋਣ ਕਰਕੇ ਉਹਨਾਂ ਦੀ ਇਨਕਮ ਕੀ ਆ ਘਟਦੀ ਜਾ ਰਹੀ ਆ, ਇਨਕਮ ਘਟਣ ਦੇ ਨਾਲ ਉਹ ਏਡੀ ਘੱਟ ਕਰਨਗੇ। ਇਸ ਤੋਂ ਬਿਨਾਂ ਲੋਕ ਕੀ ਆ ਜ਼ਿਆਦਾ ਇੰਪੋਰਟ ਕਰਾਉਣ ਲੱਗ ਗਏ ਚੀਜ਼ਾਂ। ਠੀਕ ਹੈ, ਫੋਰਨ ਦੀਆਂ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦੇ ਆ, ਤਾਂ ਕਰਕੇ ਕੀ ਆ ਉਹਨਾਂ ਦੇ ਇੰਪੋਰਟ ਵਧਣ ਦੇ ਨਾਲ ਆਪਣੇ ਦੇਸ਼ ਦੀਆਂ ਗੁਡਸ ਤੇ ਸਰਵਿਸ ਦੀ ਡਿਮਾਂਡ ਕੀ ਆ ਘਟ ਜਾਏਗੀ। ਇਸ ਤੋਂ ਅੱਗੇ ਦੇਖੋ ਲਾਸਟ ਵਨ ਕੀ ਐਡ ਕਰ ਸਕਦੇ ਹਾਂ ਕਿ ਇਨਕਰੀਜ਼ ਇਨ ਟੈਕਸ ਰੇਟ। ਕਈ ਵਾਰੀ ਕੀ ਹੁੰਦਾ ਕਿ ਆਪਣੀ ਇਕੋਨਮੀ ਦੇ ਵਿੱਚ ਟੈਕਸ ਰੇਟ ਵਧਣ ਦੇ ਨਾਲ ਵੀ ਡੈਫੀਸ਼ੀਐਂਟ ਡਿਮਾਂਡ ਆ ਜਾਂਦੀ ਹੈ, ਕਿਉਂਕਿ ਇਹਦੇ ਨਾਲ ਟੈਕਸ ਜ਼ਿਆਦਾ ਲੋਕਾਂ ਨੂੰ ਦੇਣੇ ਪੈਂਦੇ ਆ, ਉਹਨਾਂ ਕੋਲ ਇਨਕਮ ਖਰਚਣ ਲਈ ਘੱਟ ਜਾਂਦੀ ਹੈ, ਖਰਚਣ ਦੇ ਲਈ ਇਨਕਮ ਘੱਟ ਆ, ਮਤਲਬ ਉਹਨਾਂ ਦੀ ਪਰਚੇਜ਼ਿੰਗ ਪਾਵਰ ਘੱਟ ਹੋਣ ਕਰਕੇ ਹੀ ਉਹ ਕੀ ਆ ਡਿਮਾਂਡ ਵੀ ਘੱਟ ਕਰ ਰਹੇ, ਜਿਹਦੇ ਨਾਲ ਆਪਣੀ ਇਕੋਨਮੀ ਦੇ ਵਿੱਚ ਡੈਫੀਸ਼ੀਐਂਟ ਡਿਮਾਂਡ ਦੀ ਸਿਚੁਏਸ਼ਨ ਆ ਜਾਂਦੀ ਹੈ। ਸੋ ਇਹ ਕੀ ਸੀ, ਸਾਰੇ ਕਾਜ਼ਸ ਸੀਗੇ ਡੈਫੀਸ਼ੀਐਂਟ ਡਿਮਾਂਡ ਦੇ। ਇਸ ਤੋਂ ਅਗਲਾ ਟੌਪਿਕ ਆ ਜੋ ਡੈਫੀਸ਼ੀਐਂਟ ਡਿਮਾਂਡ ਦੇ ਨਾਲ ਜੁੜਿਆ ਹੋਇਆ ਉਹ ਹੈਗਾ ਡੀਫਲੇਸ਼ਨਰੀ ਗੈਪ। ਜਿੱਦਾਂ ਆਪਾਂ ਪੜ੍ਹਿਆ ਸੀ ਕਿ ਐਕਸੈਸ ਡਿਮਾਂਡ ਦੇ ਨਾਲ ਇਨਫਲੇਸ਼ਨਰੀ ਗੈਪ ਆਉਂਦਾ, ਉੱਦਾਂ ਹੀ ਡੈਫੀਸ਼ੀਐਂਟ ਡਿਮਾਂਡ ਦੇ ਨਾਲ ਡੀਫਲੇਸ਼ਨਰੀ ਗੈਪ ਆਉਂਦਾ। ਠੀਕ ਹੈ, ਆਪਾਂ ਨੂੰ ਪਤਾ ਕਿ ਆਪਾਂ ਡਾਇਗਰਾਮ ਦੇ ਵਿੱਚ ਦੇਖਿਆ ਸੀ ਕਿ ਆਪਣੀ ਇਨਕਮ ਇੰਨੀ ਹੋਣੀ ਚਾਹੀਦੀ ਸੀ, ਪਰ ਅਸਲ ਦੇ ਵਿੱਚ ਆਪਣੀ ਇਨਕਮ ਇੰਨੀ ਹੋਈ, ਮਤਲਬ ਕਿ ਆਪਣੀ ਇਕੋਨਮੀ ਦੇ ਵਿੱਚ ਡੀਫਲੇਸ਼ਨ ਆ ਗਈ ਸੀ, ਕਿਉਂਕਿ ਆਪਣੀ ਇਨਕਮ ਰਿਸੈਸ਼ਨ ਵੱਲ ਵਧਣ, ਆਪਣੀ ਇਕੋਨਮੀ ਰਿਸੈਸ਼ਨ ਵੱਲ ਵਧਣ ਲੱਗ ਗਈ ਸੀ, ਤਾਂ ਕਰਕੇ ਡੀਫਲੇਸ਼ਨ ਆਉਣ ਦੇ ਨਾਲ ਪ੍ਰਾਈਸਿਸ ਘਟਣ ਦੇ ਨਾਲ ਕੀ ਆਮਦਨ ਘੱਟ ਹੋ ਗਈ, ਮਤਲਬ ਜਿਹੜੀ ਆ ਆਪਣੀ ਇਨਕਮ ਦੇ ਵਿੱਚ ਗੈਪ ਆਇਆ ਉਹਨੂੰ ਕੀ ਬੋਲਦੇ ਆ ਡੀਫਲੇਸ਼ਨਰੀ ਗੈਪ, ਜਿਹਨੇ ਕਿ ਆਪਣੀ ਇਕੋਨਮੀ ਨੂੰ ਮੰਦੀ ਵੱਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਸੋ ਇਹਨੂੰ ਆਪਾਂ ਹੋਰ ਵੀ ਕੀ ਬੋਲ ਸਕਦੇ ਹਾਂ ਕਿ ਡੀਫਲੇਸ਼ਨਰੀ ਗੈਪ ਕੀ ਆ, ਇਟ ਇਜ਼ ਆਲਸੋ ਨੋਨ ਐਜ਼ ਦਾ ਰਿਸੈਸ਼ਨਰੀ ਗੈਪ। ਠੀਕ ਹੈ, ਤਾਂ ਇਹਨੂੰ ਕੀ ਆ ਡੀਫਲੇਸ਼ਨਰੀ ਗੈਪ ਨੂੰ ਰਿਸੈਸ਼ਨਰੀ ਗੈਪ ਵੀ ਬੋਲਿਆ ਜਾਂਦਾ। ਸੋ ਆਪਾਂ ਇਹ ਗੈਪ ਨੂੰ ਕਿੱਦਾਂ ਦਿਖਾ ਸਕਦੇ ਹਾਂ, ਜਿਵੇਂ ਕਿ ਆਪਣੇ ਕੋਲ OYF ਕੀ ਆ ਆਪਾਂ ਨੂੰ ਇਨਕਮ ਚਾਹੀਦੀ ਸੀ। ਠੀਕ ਹੈ, ਉਹਦੇ ਵਿੱਚੋਂ ਆਪਾਂ ਨੂੰ ਗੇਨ ਕਿੰਨੀ ਹੋਈ OYU ਇੰਨੀ। ਠੀਕ ਹੈ, ਮਤਲਬ ਉਹਦੇ ਵਿੱਚੋਂ ਮਾਈਨਸ ਕਰਤੀ ਜਿੰਨੀ ਗੇਨ ਹੋਈ ਸੀ ਆਪਾਂ ਨੂੰ OYU। ਠੀਕ ਹੈ, ਤਾਂ ਆਪਣੇ ਕੋਲ ਬਚੀ ਕਿੰਨੀ ਆਹ ਵਾਲਾ ਪੋਰਸ਼ਨ, ਆਹ ਵਾਲਾ ਪੋਰਸ਼ਨ ਕੀ ਆ YU ਤੋਂ ਲੈ ਕੇ YF ਤੱਕ, ਮਤਲਬ ਇਹ ਵਾਲਾ ਪੋਰਸ਼ਨ ਕਿਹਨੂੰ ਸ਼ੋ ਕਰ ਰਿਹਾ YU ਤੇ YF ਵਾਲਾ ਪੋਰਸ਼ਨ ਡੀਫਲੇਸ਼ਨਰੀ ਗੈਪ ਨੂੰ ਸ਼ੋ ਕਰ ਰਿਹਾ। ਕਲੀਅਰ, ਇਸ ਤੋਂ ਅੱਗੇ ਆਪਣੇ ਇਸ ਚੈਪਟਰ ਦਾ ਲਾਸਟ ਵਾਲਾ ਟੌਪਿਕ ਕੀ ਆ ਟ੍ਰੇਡ ਸਾਈਕਲਸ। ਟ੍ਰੇਡ ਸਾਈਕਲ ਨੂੰ ਬੋਲਦੇ ਆ ਪੰਜਾਬੀ ਦੇ ਵਿੱਚ ਵਪਾਰ ਚੱਕਰ। ਠੀਕ ਹੈ, ਤਾਂ ਜੋ ਆਪਣੀ ਇਕੋਨਮੀ ਦੇ ਵਿੱਚ ਫਲਕਚੁਏਸ਼ਨਸ ਆਉਂਦੀਆਂ, ਉਤਾਰ ਚੜਾਵ ਆਉਂਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਨੂੰ ਆਪਾਂ ਕਹਿੰਦੇ ਆ ਟ੍ਰੇਡ ਸਾਈਕਲਸ। ਠੀਕ ਹੈ, ਤਾਂ ਇਸ ਵਿੱਚ ਦੇਖੋ ਆਪਾਂ ਡਾਇਗਰਾਮ ਦੇ ਵਿੱਚ ਕੀ ਆ ਦਿਖਾ ਸਕਦੇ ਹਾਂ ਕਿ ਆਪਣੇ ਡਾਇਗਰਾਮ ਦੇ ਵਿੱਚ ਐਕਸ ਐਕਸਿਸ ਉੱਤੇ ਟਾਈਮ ਲਿਆ ਹੋਇਆ ਤੇ ਵਾਈ ਐਕਸਿਸ ਉੱਤੇ ਲੈਵਲ ਆਫ ਆਊਟਪੁੱਟ ਲਿਆ ਹੋਇਆ। ਕੋਈ ਵੀ ਇਕੋਨਮੀ ਕੋਈ ਵੀ ਅਰਥ ਵਿਵਸਥਾ ਆਪਣੀ ਗਰੋਥ ਕਿੱਦਾਂ ਕਰਦੀ ਆ, ਉਹਦੀ ਡਿਵੈਲਪਮੈਂਟ ਕਿੱਦਾਂ ਕਰਦੀ ਆ, ਉਹ ਪਹਿਲਾਂ ਆਹ ਵਾਲੇ ਪੁਆਇੰਟ ਤੋਂ ਸਟਾਰਟ ਕਰਦੀ ਆ, ਦੈਨ ਹੌਲੀ ਹੌਲੀ ਕੀ ਆ ਉਹ ਕੀ ਆ ਬੂਮ ਲੈਵਲ ਤੇ ਆ ਜਾਂਦੀ ਹੈ, ਕਿਉਂਕਿ ਉਹਦੀ ਗਰੋਥ ਕੀ ਆ ਡਿਵੈਲਪਮੈਂਟ ਵੱਧਦੀ ਜਾਂਦੀ ਹੈ। ਠੀਕ ਹੈ, ਬੂਮ ਲੈਵਲ ਤੇ ਆਪਾਂ ਨੂੰ ਪਤਾ ਵੀ ਸਾਰੇ ਜਾਣੇ ਕੀ ਆ ਤੀਜੀ ਦੀ ਸਥਿਤੀ ਆਪਾਂ ਬੋਲ ਸਕਦੇ ਹਾਂ, ਜਿੱਥੇ ਕੀ ਪ੍ਰਾਈਸਿਸ ਬਹੁਤ ਜ਼ਿਆਦਾ ਹੁੰਦੇ ਆ, ਲੋਕਾਂ ਦੀ ਇਨਕਮ ਜ਼ਿਆਦਾ ਹੁੰਦੀ ਹੈ, ਲੋਕ ਖੁਸ਼ਹਾਲ ਹੁੰਦੇ ਆ। ਠੀਕ ਹੈ, ਉਹਨੂੰ ਬੋਲਦੇ ਆ ਬੂਮ ਲੈਵਲ। ਉਸ ਤੋਂ ਬਾਅਦ ਕੀ ਆ ਇਕੋਨਮੀ ਰਿਸੈਸ਼ਨ ਵੱਲ ਜਾਣਾ ਸਟਾਰਟ ਕਰ ਦਿੰਦੀ ਹੈ। ਬੂਮ ਲੈਵਲ ਤੋਂ ਬਾਅਦ ਰਿਸੈਸ਼ਨ ਆਉਂਦਾ, ਰਿਸੈਸ਼ਨ ਨੂੰ ਬੋਲਦੇ ਆ ਮੰਦੀ ਵੱਲ ਵਧਣਾ। ਠੀਕ ਹੈ, ਤਾਂ ਹੌਲੀ ਹੌਲੀ ਕੀ ਆ ਡਾਊਨ ਜਾਣ ਲੱਗ ਜਾਂਦੀ ਹੈ, ਤਾਂ ਹੌਲੀ ਹੌਲੀ ਆ ਲਾਸਟ ਪੁਆਇੰਟ ਤੇ ਪਹੁੰਚ ਜਾਂਦੀ ਹੈ, ਮਤਲਬ ਡਿਪਰੈਸ਼ਨ 'ਚ ਚਲੀ ਜਾਂਦੀ ਹੈ ਇਕੋਨਮੀ। ਠੀਕ ਹੈ, ਜਿਹਨੂੰ ਆਪਾਂ ਬੋਲਦੇ ਹਾਂ ਕਿ ਡਿਪਰੈਸ਼ਨ ਕੀ ਹੈ ਮੰਦੀ ਦੀ ਸਥਿਤੀ ਆ। ਕਲੀਅਰ, ਮੰਦੀ ਤੋਂ ਬਾਅਦ ਫਿਰ ਇਹ ਕੀ ਕਰਦੀ ਹੈ ਰਿਕਵਰੀ ਕਰਦੀ ਹੈ। ਆਪਾਂ ਨੂੰ ਪਤਾ ਜਦੋਂ ਕੋਈ ਡਿਪਰੈਸ਼ਨ ਵਿੱਚ ਚਲਾ ਜਾਂਦਾ ਉਸ ਤੋਂ ਬਾਅਦ ਕੀ ਆ ਰਿਕਵਰ ਹੁੰਦਾ,
ਤਾਂ ਦੇਖੋ ਇਸ ਤਰ੍ਹਾਂ ਇਕੋਨਮੀਜ਼ ਵੀ ਕੀ ਕਰਦੀਆਂ, ਡਿਪਰੈਸ਼ਨ ਤੋਂ ਬਾਅਦ ਹੌਲੀ ਹੌਲੀ ਫਿਰ ਗਰੋਥ ਕਰਨੀ ਸ਼ੁਰੂ ਕਰ ਦਿੰਦੀਆਂ, ਮਤਲਬ ਰਿਕਵਰ ਕਰਨਾ ਸ਼ੁਰੂ ਕਰ ਦਿੰਦੀਆਂ। ਤੇ ਇਸ ਤੋਂ ਅਗਲਾ ਪੁਆਇੰਟ ਕੀ ਆਉਂਦਾ, ਰਿਕਵਰੀ। ਰਿਕਵਰੀ ਤੋਂ ਬਾਅਦ ਫਿਰ ਟੌਪ ਲੈਵਲ ਦਾ ਪੁਆਇੰਟ ਆਉਂਦਾ ਜਿੱਥੇ ਫਿਰ ਬੂਮ ਆ ਜਾਂਦਾ। ਇਸ ਤਰ੍ਹਾਂ ਸਾਰੀਆਂ ਇਕੋਨਮੀਜ਼ ਇੱਦਾਂ ਹੀ ਚੱਲਦੀਆਂ ਰਹਿੰਦੀਆਂ। ਕਲੀਅਰ? ਤਾਂ ਫਿਰ ਬੂਮ ਲੈਵਲ ਤੋਂ ਬਾਅਦ ਰਿਸੈਸ਼ਨ ਆਊਗਾ, ਫਿਰ ਡਿਪਰੈਸ਼ਨ ਚਲਿਆ ਜਾਊਗਾ, ਤਾਂ ਫਿਰ ਰਿਕਵਰੀ ਹੋਊਗੀ, ਦੈਨ ਫਿਰ ਬੂਮ ਲੈਵਲ ਆਊਗਾ। ਇੱਦਾਂ ਹੀ ਸਾਰੀਆਂ ਇਕੋਨਮੀਜ਼ ਕੀ ਆ, ਉਹਨਾਂ ਵਿੱਚ ਫਲਕਚੁਏਸ਼ਨਸ ਆਉਂਦੀਆਂ ਰਹਿੰਦੀਆਂ, ਜਿਹਨੂੰ ਸਾਈਕਲੀਕਲ ਵੇਰੀਏਸ਼ਨਸ ਵੀ ਕਿਹਾ ਜਾਂਦਾ। ਠੀਕ ਹੈ, ਇਹਨੂੰ ਕੀ ਬੋਲਦੇ ਆ ਆਪਾਂ, ਟ੍ਰੇਡ ਸਾਈਕਲ। ਸੋ ਇਹਦੇ ਨਾਲ ਹੀ ਆਪਣਾ ਇਹ ਸਾਰਾ ਚੈਪਟਰ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।